Subscribe to our YouTube channel. Press the bell icon to get the latest updates. प्यारे दोस्तों, काफी अरसे दा अध्ययन, काफी अरसे दा अनुभव ते बाबे नानक दा मेरे लहू च बहंदा फलसफा पंजाब मॉडल दा 13-13-13 तोलन वाला आधार है। Fight for the poorest of the poor, who are the most ignored, and the rights they deserve. ਉਹਨਾਂ ਦੇ ਅਧਿਕਾਰ ਜਿਹੜੇ ਉਹ ਡਿਜ਼ਰਵ ਕਰਦੇ ਆ। ਅੱਜ ਦਾ ਮੁੱਦਾ ਉਹਨਾਂ ਨੂੰ ਟੱਚ ਕਰਦਾ ਹੈ ਔਰ ਕਤਾਰ ਦੇ ਵਿੱਚ ਅਖੀਰ ਦੇ ਵਿੱਚ ਖੜੇ ਬੰਦੇ ਦੀ ਗੱਲ ਕਰਦਾ। ਮੈਂ ਸੋਚਦਾ ਕਿ ਪੰਜਾਬ ਮਾਡਲ ਦਾ ਕੋਈ ਵੀ ਨੀਤੀਬੱਧ ਯੋਜਨਾਬੱਧ ਤਰੀਕਾ ਜਿਹੜਾ ਹੈਗਾ ਉਹ ਗਰੀਬ ਤੋਂ ਗਰੀਬ ਨੂੰ ਕਿੱਦਾਂ ਇਨਫਲੂਐਂਸ ਕਰਦਾ, ਉਹਦੀ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਤਬਦੀਲ ਕਰਦਾ। ਮੈਂ ਖੇਤ ਮਜ਼ਦੂਰਾਂ ਦੀ ਗੱਲ ਕੀਤੀ, ਮੈਂ ਕੰਸਟਰਕਸ਼ਨ ਪੱਲੇਦਾਰ ਮਜ਼ਦੂਰ ਕੱਲ 60 ਤੋਂ 70 ਹਜ਼ਾਰ ਮੋਗੇ ਦੇ ਵਿੱਚ ਮਿਨੀਮਮ, ਕਿਉਂਕਿ ਨਾਲ ਨਾਰਮਲੀ ਕੁਰਸੀਆਂ ਤੇ ਬਣੇ ਉਹ ਜੇ ਸੀ, ਠੀਕ ਹੈ ਜੀ। ਉਹਨਾਂ ਦੀ ਫਰਿਆਦ ਜਿਹੜੀ ਹੈ ਬੜੀ ਦੇਰ ਦੀ, ਉਹਨਾਂ ਦੀ ਜਿਹੜੀ ਮੰਗ ਹੈ, ਉਹਨਾਂ ਦੀ ਜਿਹੜੀ ਡਿਮਾਂਡ ਹੈ, ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਾਡਾ ਜਿਹੜਾ ਅਧਿਐਨ ਹੈ ਪੰਜਾਬ ਮਾਡਲ ਦਾ, ਉਹਦਾ one of the foremost points, one of the biggest points, and I will do it with rationale, reasoning ਦੇ ਨਾਲ ਕਰਾਂਗਾ। The Punjab model will launch urban employment guarantee mission. I repeat, the Punjab model will launch urban employment guarantee mission, right to employment for urban labor. ਜਿਹੜੀ ਸ਼ਹਿਰਾਂ ਦੇ ਵਿੱਚ ਵਸਦੀ ਅਰਬਨ ਲੇਬਰ ਹੈ, ਉਹਦਾ right to employment. There's something like Manrega in the urban areas. Radical, revolutionary employment guarantee even to the unskilled labor in urban areas. ਜਿਹੜੀ unskilled labor ਹੈ ਉਹਨੂੰ ਵੀ employment guarantee. ਇਹਦਾ ਰਾਸ਼ਨੇਲ ਕੀ ਹੈ? ਇਹ ਕਿਉਂ ਇੰਨੀ ਇੰਪੋਰਟੈਂਟ ਹੈ? ਇਹਦਾ ਰਾਸ਼ਨੇਲ ਹੈ ਕਿ ਜਿਹੜੀ ਅਰਬਨ ਪਾਵਰਟੀ ਹੈ ਉਹ ਪੰਜਾਬ ਦੇ ਵਿੱਚ ਰੂਰਲ ਪਾਵਰਟੀ ਨਾਲ ਡਬਲ ਹੈ। ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹ ਜਿਹੜਾ ਅਨੁਭਵ ਇੰਨੇ ਸਾਲਾਂ ਦਾ ਇਹ ਕਿਉਂ ਇਸ ਗੱਲ ਦੀ ਅਹਿਮੀਅਤ ਦੇ ਉੱਤੇ ਜਾਂਦਾ ਹੈ? ਕਿਉਂਕਿ ਅਰਬਨ ਪਾਵਰਟੀ ਰੂਰਲ ਪਾਵਰਟੀ ਨਾਲ ਡਬਲ ਹੈ ਪੰਜਾਬ 'ਚ। ਇਟ ਇਜ਼ ਡਬਲ ਦੈਟ ਐਂਡ ਵੀ ਡੂ ਨਾਟ ਹੈਵ ਇੰਪਲੋਇਮੈਂਟ ਗਾਰੰਟੀ ਓਵਰ ਹੇਅਰ। ਜਿਹੜੀ ਰੂਰਲ ਮਨਰੇਗਾ ਵੀ ਹੈ, ਕਿਉਂਕਿ ਮਨਰੇਗਾ ਹੈ ਹੀ ਰੂਰਲ, ਉਹਦੇ ਵਰਕਸ ਨੇ ਕੁਝ ਪੰਜਾਬ ਦੇ ਵਿੱਚ ਉਹ ਪੂਰੀ ਤਰ੍ਹਾਂ ਅਮਲੀ ਜਾਮੇ 'ਚ ਨਹੀਂ ਲਿਆਂਦੇ ਗਏ। ਖਾਸ ਤੌਰ ਤੇ ਜਿਹੜਾ ਸਭ ਤੋਂ ਵੱਡੀ ਅਹਿਮੀਅਤ ਹੈ, ਕਿਉਂਕਿ ਡਿਮਾਂਡ ਡਰਿਵਨ ਹੈ ਔਰ ਪੰਜਾਬ ਸਰਕਾਰ ਦੀ ਪੰਜੀ ਨਹੀਂ ਲੱਗਦੀ ਔਰ ਸਾਰਾ ਕੁਝ ਬਾਹਰੋਂ ਆਉਂਦਾ ਹੈ। ਇਟ ਇਜ਼ ਆਲ ਡਿਮਾਂਡ ਡਰਿਵਨ। ਜਿੰਨਾ ਤੁਸੀਂ ਇੰਪਲੋਇਮੈਂਟ ਕਰਦੇ ਹੋਗੇ, ਜਿੰਨੇ ਯੂਜ਼ਰ ਚਾਰजेस ਭੇਜੀ ਜਾਓਗੇ, ਏਕੜ ਤੋਂ ਥੱਲੇ ਕੋਈ ਕਿਸਾਨ ਜਾਂ ਖੇਤ ਮਜ਼ਦੂਰ ਜਦੋਂ ਖੇਤ 'ਚ ਜਾਂਦਾ ਉਹਨੂੰ ਤੁਸੀਂ ਸਨਮਾਨ ਭੱਤੇ ਦੇ ਤੌਰ ਦੇ ਉੱਤੇ ਮਨਰੇਗਾ ਦੇਣੀ। ਇਹ ਨਹੀਂ ਹੋਇਆ, ਨਾ ਮਾਤਰ। ਇਹਦੀ ਕੋਈ ਲਿਮਿਟ ਨਹੀਂ। ਤੁਸੀਂ 2.5 ਏਕੜ ਵਾਲਾ ਕੋਈ ਖੇਤ ਮਜ਼ਦੂਰ ਕੋਈ ਵੀ ਕੰਮ ਕਿਸੇ ਕਿਸਮ ਦਾ ਵੀ ਖੇਤ ਦੇ ਵਿੱਚ ਕਰਵਾ ਕੇ ਉਹਨੂੰ 300 ਰੁਪਏ ਦੇ ਸਕਦੇ। ਇਹਦੇ ਫਰਕ ਵੀ ਬੜਾ ਹੈ। ਜਿਵੇਂ ਇਹ ਪੰਜਾਬ ਦੇ ਵਿੱਚ ਅੱਜ ਵੀ 260 ਤੋਂ 280 ਮਨਰੇਗਾ ਦੀ ਉਹ ਹੈ, ਤੇ ਹਰਿਆਣੇ ਦੇ ਵਿੱਚ ਕਰੀਬ 315 ਹੋ ਚੁੱਕੀ ਹੈ। ਇਹ ਵਧਾਈ ਵੀ ਨਹੀਂ ਗਈ। ਉਹਦੇ ਚ ਸਭ ਤੋਂ ਕੀ ਚੀਜ਼ ਹੈ ਜਿਹੜੀ ਕਿ ਅਣਗੌਲੀ ਗਈ ਹੈ। ਮੈਂ ਅੱਜ ਸਵੇਰੇ
ਮਦਨਪੁਰਾ ਚੌਂਕ ਗਿਆ ਸੀ ਤੇ ਮੈਂ ਮਦਨਪੁਰਾ ਚੌਂਕ ਵੀ ਗਿਆ, ਪੱਲੇਦਾਰ ਮਜ਼ਦੂਰਾਂ ਦੇ ਕੋਲ ਵੀ ਕੱਲ 50-60 ਹਜ਼ਾਰ ਨਾਲ ਇੰਟਰੈਕਟ ਕੀਤਾ ਤੇ ਮੈਂ ਮੰਡੀਆਂ 'ਚ ਵੀ ਫਿਰਦਾ, ਦਾਣਾ ਮੰਡੀ 'ਚ ਵੀ ਗਿਆ ਤੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਤੇ ਮੈਂ ਆਮ ਜਾਣਾ ਤੇ ਮੈਂ ਜਦੋਂ ਉੱਥੇ ਪੁੱਛਦਾ ਵੀ ਭਾਈ ਤੁਹਾਡੇ ਕਿੰਨੇ ਦੀ ਰਜਿਸਟ੍ਰੇਸ਼ਨ ਹੋਈ ਹੈ, ਪਿਛਲੇ 25 ਸਾਲਾਂ ਤੋਂ ਅਸੀਂ 1% ਅਮੀਰਾਂ ਨੂੰ ਕਿੰਨਾ ਮੁਨਾਫਾ ਦਿੱਤਾ, ਕਿੰਨਾ ਉਹਨਾਂ ਰੇਤਾ ਖਾਦਾ, ਕਿੰਨਾ ਉਹਨਾਂ ਦਾਰੂ ਪੀਤੀ, ਕਿੰਨਾ ਲੰਘਾ ਗਏ, ਉਸੇ ਦਾ ਜ਼ਿਕਰ ਕਰਦੇ ਆ। ਕਦੇ ਕਿਸੇ ਮਜ਼ਦੂਰ ਦਾ ਜ਼ਿਕਰ ਕੀਤਾ ਕਿ ਸਰਕਾਰ ਨੇ ਗੱਲ ਕੀਤੀ ਹੈ, ਕਿਹਨੇ ਕਿਹਾ ਕਿ ਕਿੰਨੇ ਪਰਸੈਂਟ ਲੋਕ ਨੇ, ਕਿੰਨੇ ਕੁ ਖੇਤ ਮਜ਼ਦੂਰ ਹੋਣੇ ਪੰਜਾਬ 'ਚ, ਇਨਫਾਰਮਲ ਇਕਨੋਮੀ ਦੇ ਵਿੱਚ ਕਿੰਨੇ ਕੁ ਕੰਸਟਰਕਸ਼ਨ ਵਰਕਰ ਹੋਣੇ, ਕੰਸਟਰਕਸ਼ਨ ਮਜ਼ਦੂਰ, ਕਿੰਨੇ ਕੁ ਪੱਲੇਦਾਰ ਹੋਣੇ। ਇਹ ਸੋਚਿਆ ਅੱਜ ਸਵੇਰੇ ਮਦਨਪੁਰਾ ਚੌਂਕ, ਔਰ ਉਹੀ ਹੈ, ਸਟੈਟਿਕ ਹੈ, ਸਟੈਟਿਕ, ਚਾਹੇ ਉਹ ਮਦਨਪੁਰਾ ਚੌਂਕ ਹੈ, ਚਾਹੇ ਉਹ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਹੈ, ਚਾਹੇ ਦਾਣਾ ਮੰਡੀ ਹੈ ਲੁਧਿਆਣੇ ਦੀ, ਚਾਹੇ ਕੋਈ ਹੋਰ ਥਾਂ ਹੈ, 1% ਰਜਿਸਟ੍ਰੇਸ਼ਨ ਨਹੀਂ ਹੋਈ। ਸੋਚ ਕੇ ਦੇਖੋ, ਅੱਜ ਕਰੀਬ 150 ਬੰਦਿਆਂ 'ਚ ਖੜਾ ਸੀ ਮੈਂ ਪੁੱਛਿਆ ਭਾਈ ਕਿੰਨੇ ਕੁ ਬੰਦੇ ਰਜਿਸਟਰ ਨੇ, ਇੱਕ ਹੱਥ ਖੜਾ ਹੋਇਆ, ਕਰੀਬ 200-300 ਬੰਦੇ ਖੜੇ। ਮੈਂ ਸਾਰਿਆਂ ਨੂੰ ਮਿਲਿਆ, ਤੂੰ ਰਜਿਸਟਰਡ ਨਾ ਜੀ। ਉਹ ਭਾਈ ਲੇਬਰ ਕਾਰਡ ਕਿੰਨੇ ਕੋਲ, ਕਹਿੰਦਾ ਸਾਡੇ ਤੋਂ ਤਾਂ ਪੈਸੇ ਮੰਗਦੇ, ਔਨ ਰਿਕਾਰਡ ਹੈ, ਔਨ ਰਿਕਾਰਡ, ਮੈਂ ਵੀਡੀਓ ਪਾਈ ਹੋਈ, ਦੇਖ ਲਿਓ, it is live, there is nothing concocted in it, ਠੀਕ ਹੈ ਜੀ। You can't give government benefits and scheme benefits if you don't know who the recipient is, कौन बंदा recipient is, recipient कौन है, ਤੁਹਾਨੂੰ ਇਸ ਗੱਲ ਦਾ ਇਲਮ ਹੀ ਹੈ ਨਹੀਂ। ਜੇ ਤੁਹਾਨੂੰ ਇਹ ਨਹੀਂ ਪਤਾ ਗਰੀਬ ਕੌਣ ਹੈ, ਤੁਸੀਂ ਭਲਾ ਕਿਵੇਂ ਕਰੋਗੇ ਭਾਈ? ਕੈਨ ਯੂ ਸਰਵੇ ਹੀ ਨਹੀਂ ਹੋਇਆ ਹਜੇ ਤੱਕ। ਭਾਈ ਸਰਕਾਰ ਕੰਸਟਰਕਸ਼ਨ ਸੈਸ ਕਲੈਕਟ ਕਰਦੀ ਹੈ, ਤੁਸੀਂ ਦੇਖਿਆ ਹੋਣਾ ਕਿ ਸਰਕਾਰ, ਉਹਦਾ ਪਰਪਸ ਹੀ ਇਹ ਹੈ ਕਿ ਉਹ ਕੰਸਟਰਕਸ਼ਨ ਸੈਸ ਜਿਹੜਾ ਹੈ ਕੰਸਟਰਕਸ਼ਨ ਵਰਕਰ ਨੂੰ ਦੇਣਾ। ਦੇਖੋ ਕਿੰਨੇ ਕੁ ਨੂੰ ਦਿੱਤਾ ਹੈ, ਕਿਉਂ? ਕਿਉਂਕਿ ਉਹਨਾਂ ਦੀ ਰਜਿਸਟ੍ਰੇਸ਼ਨ ਹੀ ਨਹੀਂ। ਜਿਹੜਾ ਸੈਂਟਰ ਗਵਰਨਮੈਂਟ ਦਾ ਵੀ ਫਿਗਰ ਹੈ, ਜਿਹੜੇ ਉਹਨਾਂ ਦੇ ਇੰਚਾਰਜ ਨੇ ਵੈਲਫੇਅਰ ਸਕੀਮਸ ਨੇ, ਉਹ ਕਹਿੰਦੇ ਨੇ 20% ਨਹੀਂ ਹੋਏ। ਤੇ ਜੇ ਤੁਸੀਂ ਉਹਨਾਂ ਨੂੰ ਰਜਿਸਟਰ ਹੀ ਨਹੀਂ ਕੀਤਾ, ਬੜਾ ਸੌਖਾ ਹੈ ਕਹਿਣਾ ਕਿ ਜੀ ਅਸੀਂ ਤਾਂ ਦਿੰਦੇ ਹੀ ਨਹੀਂ। ਕਿਉਂ ਬਈ? ਮੈਨੂੰ ਇਹ ਦੱਸੋ, ਪ੍ਰਾਇੋਰਟੀ ਇਹ ਗਰੀਬ ਹੈ ਕਿ ਕੋਈ ਹੋਰ ਹੈ ਜਿਹਨੂੰ ਤੁਸੀਂ ਦੈੜ ਨੌਕਰੀ ਦਿੰਦੇ ਹੋ, ਜਿਹਨੂੰ ਤੁਸੀਂ ਖਟਾਕ ਦਿੰਦੇ, ਕਹਿੰਦੇ ਹੋ ਆ ਦੇਤਾ ਜੀ, ਇਹਨੂੰ ਆ ਦੇਤਾ ਜੀ, ਇਹਨੂੰ ਆ ਦੇਤਾ ਜੀ। ਜਾਂ ਪੰਜਾਬ ਦੇ 100 ਪਰਿਵਾਰ ਨੇ ਜਿਹੜੇ ਸਾਲ ਦਾ 30-40 ਹਜ਼ਾਰ ਕਰੋੜ ਖਾਂਦੇ, ਫਿਰ ਡਕਾਰ ਵੀ ਨਹੀਂ ਮਾਰਦੇ। ਕੌਣ ਹੈ ਵੀ ਪ੍ਰਾਇੋਰਟੀ? ਪੰਜਾਬ ਮਾਡਲ ਬਾਬੇ ਨਾਨਕ ਦੇ ਫਲਸਫੇ ਦੇ ਵਿੱਚ ਇਹਨਾਂ ਲੋਕਾਂ ਨੂੰ ਪ੍ਰਾਇੋਰਟੀ ਦੇਗਾ, ਇਹਨਾਂ ਨੂੰ ਪਹਿਲ ਦੇਗਾ। ਇਹ ਜਿਹੜੀ ਡੇਲੀ ਵੇਜਰ ਦੀ ਰਜਿਸਟ੍ਰੇਸ਼ਨ ਹੈ, ਇਹ ਇਨਫਲੇਸ਼ਨ ਦੇ ਨਾਲ ਕਨੈਕਟਡ ਹੈ। ਭਾਈ ਤੁਸੀਂ ਅਗਰ ਪਿਛਲੇ 6 ਮਹੀਨੇ ਸਾਲ ਹੀ ਦੇਖੋ, ਗੈਸ ਦਾ ਸਿਲੰਡਰ ਡਬਲ ਹੋ ਗਿਆ ਜੀ। ਮੈਂ ਪੁੱਛਿਆ ਅੱਜ ਕਿੰਨਿਆਂ ਨੂੰ, ਮੈਂ ਕਿਹਾ ਯਾਰ ਤੁਸੀਂ ਗੈਸ ਦਾ ਸਿਲੰਡਰ ਫੂਕਦੇ ਹੋ ਕਿ ਲੱਕੜਾਂ ਨਾਲ ਜਲਾਉਂਦੇ ਹੋ? ਕਹਿੰਦੇ ਜੀ ਅਸੀਂ ਗੈਸ ਦਾ ਸਿਲੰਡਰ ਚਲਾਉਂਦੇ। ਮੈਂ ਕਿੰਨੇ ਰਹਿੰਦੇ ਹੋ? ਕਹਿੰਦਾ ਜੀ ਇੱਕ ਕਮਰੇ 'ਚ 7-7 ਰਹਿੰਦੇ ਆ। ਕੋਈ ਕਹਿੰਦਾ ਜੀ ਇੱਕ ਕਮਰੇ 'ਚ ਅਸੀਂ 5-5 ਰਹਿੰਦੇ ਆ। ਹਾਂਜੀ, ਗੈਸ ਦਾ ਸਿਲੰਡਰ ਹੋ ਗਿਆ ਜੀ ਡਬਲ। ਓਕੇ, ਪੈਟਰੋਲ ਡੀਜ਼ਲ ਡਬਲ, ਤੇਲ ਰੋਟੀ ਖਾਣ ਵਾਲਾ ਡਬਲ, ਦਾਲ ਦਿਉੜੀ $2.25। ਤੇ ਮੈਨੂੰ ਦੱਸੋ ਕਿੰਨੇ ਕੁ ਦੀ ਦਿਹਾੜੀ ਦੇ ਵਿੱਚ 5 ਰੁਪਏ ਦਾ ਵੀ ਫਰਕ ਪਿਆ? ਜਦੋਂ ਇਹ ਕੀਮਤਾਂ ਡਬਲ ਹੁੰਦੀਆਂ ਨੇ, ਇਨਫਲੇਸ਼ਨ ਦਾ ਫਰਕ ਨਵਜੋਤ ਸਿੱਧੂ ਨੂੰ ਨਹੀਂ ਪੈਂਦਾ,
ਤੁਸੀਂ ਵੀ ਉਹਨਾਂ 1% ਜੀ ਆਉਣੇ ਹੋ, ਤੁਸੀਂ ਵੀ ਜਦੋਂ ਟੈਂਕ ਫੁੱਲ ਕਰਾਉਣੇ ਹੋ ਤੁਹਾਨੂੰ ਵੀ ਫਰਕ ਨਹੀਂ ਪੈਂਦਾ। ਲੇਕਿਨ ਜਿਹੜਾ ਬੰਦਾ ਰੋਜ਼ ਦਿਹਾੜੀ ਦਾ ਟਮਾਟਰ ਪਿਆਜ਼ ਲੈਣ ਜਾਂਦਾ 250 300 ਕਮਾ ਕੇ, ਉਹਦੇ 250 300 ਦੀ ਵੈਲਿਊ 100 ਰਹਿ ਜਾਂਦੀ ਹੈ। ਜਿਹੜੀ ਉਹਨੂੰ 250 ਚ ਮਿਲਦੀ ਸੀ ਚੀਜ਼ ਉਹ 1000 ਚ ਮਿਲਦੀ ਹੈ। ਕਿਹਨੇ ਸੋਚਿਆ, ਕਿਹਨੇ ਤੂਲ ਦਿੱਤਾ? ਹੈਜ਼ ਐਨੀਬਡੀ ਥੌਟ ਕਿ ਪੱਲੇਦਾਰਾਂ ਦੇ ਵਿੱਚ ਕਿੰਨੇ ਬੌਂਡਡ ਲੇਬਰ ਨੇ ਜਿਨ੍ਹਾਂ ਨਾਲ ਬੌਂਡ ਕਰ ਦਿੱਤਾ ਜਾਂਦਾ 30 ਸਾਲੀ, ਉਹਨੂੰ ਪਤਾ ਹੀ ਨਹੀਂ ਲੱਗਦਾ 30 40 ਸਾਲ। ਫਿਰ ਅਸੀਂ ਪੈਸੇ ਕਾਹਦੇ ਦੇਈ ਜਾਂਦੇ ਆ, ਕਾਹਦੇ ਕਟਾਈ ਜਾਂਦੇ ਆ? ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਇੱਕ ਛੋਟਾ ਜਿਹਾ। I will give you a small example. ਗਿੱਦੜ ਬਹੇ ਇੱਕ ਪੱਲੇਦਾਰ ਇੱਕ ਕਟਾ ਚੁੱਕਣ ਦੇ 350 ਲੈਂਦਾ, ਤੇ ਉੱਥੋਂ ਕਿੰਨੀ ਦੂਰ ਹੈ ਮੁਕਤਸਰ, ਉੱਥੇ ਉਹ 125 ਲੈਂਦਾ। So is there any rationale in it? ਉਹ ਭਾਈ ਦਿਹਾੜੀ ਤੇ ਇੱਕ ਕਰ ਦਿਓ। ਜੇ ਉਹ ਕੰਮ ਇੱਕ ਕਰ ਰਿਹਾ ਹੈ, ਉਸੇ ਤਰ੍ਹਾਂ ਚੁੱਕ ਰਿਹਾ ਹੈ, ਉਸੇ ਤਰ੍ਹਾਂ ਲਿਜਾ ਰਿਹਾ ਹੈ, ਤੇ ਇੱਕ ਨੂੰ 125 ਮਿਲ ਰਿਹਾ ਤੇ ਦੂਜੇ ਨੂੰ 350 ਮਿਲ ਰਿਹਾ, ਕਿਉਂ? ਪੰਜਾਬ ਮਾਡਲ ਕਹਿੰਦਾ we will fix the price of the wage. ਫਿਰ ਆਉਂਦੀ ਹੈ ਰੈਗੂਲੇਸ਼ਨ ਆਫ ਵਰਕਿੰਗ ਆਵਰਸ। ਭਾਈ ਬਾਬੂ ਆਉਂਦੇ ਆ ਤੌਰ ਟੱਪੇ ਨਾਲ ਐਨਕ ਲਾ ਕੇ ਕਾਲੀ ਕਾਲਰ ਜੇ ਖੜੇ ਕਰਕੇ ਆਉਂਦੇ ਆ, ਘੰਟਾ ਲੇਟ ਆਉਂਦੇ ਆ ਤੇ ਘੰਟਾ ਪਹਿਲਾਂ ਚਲੇ ਜਾਂਦੇ। 4 ਛੁੱਟੀ ਹੋ ਗਿਆ, ਹਾਂਜੀ ਛੁੱਟੀ ਹੈ। ਤੇ ਦੱਸੋ ਭਾਈ, ਕਿਸੇ ਨੇ ਰੈਗੂਲੇਟ ਕੀਤੇ ਨਾ ਜੋ ਵਰਕ ਆਵਰਸ? ਕਿਸੇ ਲੀਡਰ ਨੇ ਅੱਜ ਤੱਕ ਇਹ ਗੱਲ ਕੀਤੀ ਹੈ? ਇਹ ਪੰਜਾਬ ਮਾਡਲ ਹੈ, ਕਿਉਂਕਿ ਇਹੀ ਸਰਬਤ ਦਾ ਭਲਾ। ਜੇ ਸਰਬਤ ਦਾ ਭਲਾ 70% ਪੰਜਾਬੀਆਂ ਨੂੰ ਨਹੀਂ ਚੱਕ ਸਕਦਾ ਤਾਂ ਫਿਰ ਕਿਹਨੂੰ ਚੱਕੂ? ਹਾਂਜੀ 8 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਹਨਾਂ ਦਾ। ਮੈਂ ਦੇਖਿਆ 20 ਘੰਟੇ ਕੰਮ ਕਰਾਉਂਦੇ, ਪੈਸੇ ਦਿੰਦੇ 2 ਘੰਟਿਆਂ ਦੇ ਨਹੀਂ, ਕਈ ਤਾਂ ਦਿੰਦੇ ਹੀ ਨਹੀਂ, ਕਈਆਂ ਨੂੰ ਮਿਲਦਾ ਹੀ ਨਹੀਂ। ਸੋਸ਼ਲ ਸਿਕਿਉਰਿਟੀ ਆਫ ਲੇਬਰ ਜਨਾਬ, ਇਹ ਸਭ ਤੋਂ ਵੱਡਾ ਪੁਆਇੰਟ ਹੈ। ਮੈਂ ਬਿਮਾਰ ਹੋ ਗਿਆ ਜੀ, ਚਲੋ ਮੈਂ ਐਮਐਲਏ ਆ, ਤੁਸੀਂ ਬਿਮਾਰ ਹੋ ਗਏ ਜੀ, 4 ਦਿਨ ਤਨਖਾਹ ਤਾਂ ਨਹੀਂ ਕੱਟਦੀ? ਦੱਸੋ ਨਾ, ਕੱਟਦੀ ਹੈ? ਨਹੀਂ ਕੱਟਦੀ। ਇੱਕ ਦਿਨ ਮੈਂ ਬਿਮਾਰ ਹੋ ਗਿਆ, ਮੈਂ ਛੁੱਟੀ ਲੀਵ ਲੈਤੀ, ਉਨੀ ਛੁੱਟੀ ਲੀਵ ਨਹੀਂ ਕੱਟਦੀ। ਭਾਈ ਜਦੋਂ ਉਹ ਬਿਮਾਰ ਹੁੰਦਾ ਹੈ ਕੋਈ ਪੁੱਛਦਾ ਹੈ? ਮੈਨੂੰ ਤੁਸੀਂ ਦੱਸੋ ਕੌਣ ਪੁੱਛਦਾ ਹੈ? ਇੱਥੇ ਜਿਹੜੀ ਲੇਬਰ ਚੌਂਕ ਦੇ ਵਿੱਚ ਮੈਂ ਬੰਦਿਆਂ ਨੂੰ ਮਿਲਿਆ, ਕਹਿੰਦੇ ਸਿੱਧੂ ਸਾਹਿਬ 2 ਦਿਨਾਂ ਦੀ ਤਾਂ ਵੈਸੇ ਹੀ ਛੁੱਟੀ ਹੁੰਦੀ ਹੈ, ਤੇ 6 ਦਿਨਾਂ ਦੇ ਵਿੱਚੋਂ ਅਸੀਂ ਦਿਹਾੜੀ ਸਾਨੂੰ 2 ਦਿਨਾਂ ਦੀ ਮਿਲਦੀ ਹੈ, 2 ਦਿਨ ਵਿਹਲੇ ਹੁੰਦੇ ਆ, 3 ਦਿਨ। So the urban employment guarantee mission is the unique USP of the Punjab model. ਜਿੱਥੇ ਗੁਰਬਤ ਡਬਲ ਹੈ और गारंटी कोई है नहीं। अगला पॉइंट, 67% पॉपुलेशन साहब ਜਿਹੜੀ ਕਾਂਗਰਸ ਦੀ ਲਿਆਂਦੀ ਹੋਈ ਪੀਡੀਐਸ ਹੈ ਉਹਦੇ ਅੰਡਰ ਆਉਂਦੀ ਹੈ। ਮਤਲਬ ਤੁਸੀਂ 70 ਕਰੋੜ ਗਰੀਬਾਂ ਨੂੰ ਅਸੀਂ ਆਟਾ ਦਾਲ ਦਿੰਨੇ ਆ, ਨਹੀਂ ਜੀ 70 ਕਰੋੜ ਮਤਲਬ ਇੱਕ ਜੇ ਤੁਸੀਂ ਦੇਸ਼ ਦੀ ਗੱਲ ਕਰੋਗੇ ਤੇ 67% is 70 ਕਰੋੜਸ। ਜੀਰੋਆਂ ਦਾ ਮੈਨੂੰ ਪਤਾ, ਠੀਕ ਹੈ ਜੀ। ਉਹ 70 ਕਰੋੜ ਲੋਕਾਂ ਨੂੰ ਅਸੀਂ ਦਿੰਨੇ ਆ। ਹੁਣ ਮੈਨੂੰ ਤੁਸੀਂ ਦੱਸੋ ਕਿ ਮਜ਼ਦੂਰ ਦੇ ਨਾਲੋਂ ਕੌਣ ਵੱਧ ਡਿਜ਼ਰਵ ਕਰਦਾ? ਦੱਸੋ ਨਾ, ਕੌਣ ਇੱਕ ਪੱਲੇਦਾਰ ਮਜ਼ਦੂਰ ਜਾਂ ਇੱਕ ਨਾਰਮਲ ਜਿਹੜਾ 2 ਦਿਨ ਦਿਹਾੜੀ ਮਿਲਦੀ ਹੈ ਜਿਹਨੂੰ
300 ਰੁਪਏ 250 ਲੈਂਦਾ ਇਨਫਲੇਸ਼ਨ ਦਾ ਉਹਨੂੰ ਕੁਝ ਨਹੀਂ ਮਿਲਦਾ, ਉਹਦੇ ਨਾਲੋਂ ਵੱਧ ਕੋਈ ਡਿਜ਼ਰਵ ਕਰਦਾ? ਤੇ ਇੱਕ ਸਰਵੇ ਕਰੋ, ਜਾਓ ਇੱਕ ਸਰਵੇ ਕਰੋ ਕਿ ਕਿੰਨਿਆਂ ਕੋਲ BPL ਕਾਰਡ, ਜਾ ਕੇ ਦੇਖੋ, ਕਿਤੇ ਪੁੱਛੋ। ਪੰਜਾਬ ਮਾਡਲ ਕਹਿੰਦਾ ਹਰੇਕ ਮਜ਼ਦੂਰ ਨੂੰ BPL ਕਾਰਡ ਦਿੱਤਾ ਜਾਏਗਾ, ਹਰੇਕ ਮਜ਼ਦੂਰ ਜਿਹੜਾ ਦਿਹਾੜੀ ਕਰ, he will get a BPL card. And please confirm what I'm saying. Go to Labour Chowk and ask how many have BPL cards. The Punjab model will honor merit, and that's the most important thing. ਇਹ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਸਰਕਾਰਾਂ ਦੀ ਪਹਿਲ ਹੋਣੀ ਚਾਹੀਦੀ ਹੈ, ਸਰਕਾਰਾਂ ਦੇ ਲਈ ਪ੍ਰਾਇੋਰਟੀ ਹੋਣੀ ਚਾਹੀਦੀ ਹੈ, ਔਰ ਲਿਸਟ ਦੇ ਵਿੱਚ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ। These are glimpses of the Punjab model and how we will change lives of the poorest of the poor. ਇਹ ਕੋਈ ਖੈਰਾਤ ਨਹੀਂ ਹੈ, it is very less than what they deserve, and therefore ਮੈਨੂੰ ਤੁਹਾਨੂੰ ਸਪੈਸ਼ਲ ਰਿਕੁਐਸਟ ਕਰਨੀ ਪੈ ਰਹੀ ਹੈ ਕਿ ਇਹਨੂੰ ਸਭ ਤੋਂ ਵੱਡੀ ਅਹਿਮੀਅਤ ਦੇਣੀ ਚਾਹੀਦੀ। ਮੈਂ ਕਿਸੇ ਦਾ ਬੁਰਾ ਨਹੀਂ ਮੰਗਦਾ, ਮੈਂ ਕਿਤੇ ਨਹੀਂ ਕਿਹਾ ਵੀ ਇਹਨੂੰ ਅਬੋਲਿਸ਼ ਕਰ ਦਿਓ, ਇਹਨੂੰ ਕੱਟ ਦਿਓ, ਇਹਨੂੰ ਮਾਰ ਦਿਓ, ਇਹਨੂੰ ਇਹ ਕਰ ਦਿਓ, ਕੋਈ ਮੇਰੀ ਗੱਲ ਡਿਸਟੋਰਟ ਨਹੀਂ ਹੋਣੀ, ਕਿਉਂਕਿ ਠਾ ਜਿੱਦਾਂ ਤੁਸੀਂ ਚਲਾ ਰਹੀ ਉਦਾਂ ਹੀ ਮੈਂ ਲਾਈਵ ਚਲਾ ਰਹੀ, ਸਮਝ ਲਓ ਮੇਰੀ ਗੱਲ। ਇਹ ਮੇਰੇ ਹਿਸਾਬ ਦੇ ਨਾਲ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਆਨਰ ਕਰਨ ਦਾ ਤਰੀਕਾ। ਮੈਂ ਐਂਡ ਕਰ ਰਿਹਾ, ਜਿਹੜੇ ਸਾਡੇ ਫੋਰਫਾਦਰਸ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜੀ ਪਾਵਰ ਆਫ ਦਾ ਪੀਪਲ ਮਸਟ ਰਿਟਰਨ ਟੂ ਦਾ ਪੀਪਲ। ਤੇ ਫਿਰ ਅਸੀਂ ਕਿਹੜੀ ਪਾਵਰ ਇਸ ਗਰੀਬ ਨੂੰ ਪਹੁੰਚਾਈ ਹੈ? ਅਸੀਂ ਕਿਹੜੀ ਚੀਜ਼ ਸੁਨਿਸ਼ਚਿਤ ਕੀਤੀ ਹੈ ਉਹਨੂੰ ਜਿਹੜਾ ਉਹ ਕਹਿ ਸਕੇ ਯਾਰ ਆ ਮੇਰੇ ਕੋਲ ਆ ਗਰੰਟੀ ਹੈਗੀ ਮੈਂ ਰੋਟੀ ਖਾ ਲੂੰ। This is the minimum that a government can do, and this is my endeavor to start from the poorest of the poor. किसान और मजदूर दे अगर मसले हल होंदे है, और ये खेत मजदूर भी आउंदा साहब, ते मैनू लगदा है कि उस तो बाद पंजाब दे मसले 70% सॉल्व होंदे। मैं किसान की प्रोडक्टिविटी की गल की है कल, उत्थे भी कुछ गल्लां कीतियां ने, पर मैं उन्होंने इहदे नाल मिक्स नहीं करना चाहता क्योंकि ये बहुत ही वड्डी चीज़ है। ये एडी वड्डी चीज़ है मेरे लिए, विद रैशनल, विद रीजन, विद अ लॉट ऑफ रिसर्च। ये मतलब जिहड़ी अर्बन एम्प्लॉयमेंट गारंटी मिशन है, वन ऑफ द बिगेस्ट पॉइंट्स इन द पंजाब मॉडल। जिथे गरीबी दुगनी है ਉੱਥੇ ਕੋਈ ਗਰੰਟੀ ਨਹੀਂ, ਤੇ ਜਿੱਥੇ ਗਰੀਬੀ ਅੱਧੀ ਹੈ ਉੱਥੇ ਗਰੰਟੀ ਵੀ ਹੈ, ਲੇਕਿਨ ਉਹ ਵੀ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੁੰਦੀ ਔਰ ਪੂਰੀ ਤਰ੍ਹਾਂ ਡਿਮਾਂਡ ਜਿਹੜੀ ਹੈਗੀ ਹੈ ਉਹ ਪੂਰੀ ਹੁੰਦੀ ਨਹੀਂ। ਦਿਸ ਇਜ਼ ਵਾਟ ਆਈ ਹੈਡ ਟੂ ਸੇ ਟੁਡੇ। ਮੈਂ ਜ਼ਿਆਦਾ ਇਹਦੇ ਤੇ ਇਲੈਬੋਰੇਟ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ। ਜਿਹੜਾ ਤੁਹਾਡਾ ਪੰਜਾਬ ਮਾਡਲ ਇੱਕ ਮਿੰਟ ਜਸਟ मैं ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ। ਜੇ ਸਵਾਲ ਵੀ ਹੈ ਤੇ ਮੈਂ ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ। ਦੂਜੀ ਦਾ ਇੱਕ ਮਿੰਟ ਯਾਰ, ਇੱਕ ਮਿੰਟ ਭਾਈ ਤੁਸੀਂ ਚੁੱਪ। ਮੈਂ ਇਹਦੇ ਤੇ ਹੀ ਸਵਾਲ ਲਊਂ, ਨੂੰ ਜਵਾਬ ਦੇਈ ਆ? ਬਿਲਕੁਲ ਨਹੀਂ। ਮੈਂ ਜਵਾਬ ਦੇਈ, ਇੱਕ ਮਿੰਟ ਯਾਰ ਮੈਨੂੰ ਖਤਮ ਤਾਂ ਕਰ ਲੈਂਦੇ ਨਾ ਫਿਰ ਯਾਰ। ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈ, ਲੋਕਾਂ 'ਚ ਜਾ ਕੇ ਗੱਲ ਰੱਖਦਾ। ਇੱਥੇ ਮੌਸਮ ਭਟਕਾਉਣ ਦਾ, ਇੱਥੇ ਮੌਸਮ ਇੱਕ ਦੂਜੇ ਤੇ ਲਾਂਛਨ ਲਾਉਣ ਦਾ, ਇੱਥੇ ਮੌਸਮ ਬੜਾ ਕੁਛ ਸਮਝੋ। ਇਸ ਕਰਕੇ ਮੈਂ ਉਸ ਬੜੇ ਕੁਛ ਨਹੀਂ ਜਾ ਰਿਹਾ। ਮੈਂ ਸਿਰਫ ਪੰਜਾਬ ਦੇ ਲੋਕਾਂ ਦੀ ਭਲੇ ਦੀ ਗੱਲ, ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਗੱਲ ਕਰ ਰਿਹਾ। ਹੁਣ ਸਵਾਲ ਨੰਬਰ 1, ਤੁਸੀਂ ਲਾਰਡ ਆਡੀਟੋਰੀਅਮ 'ਚ ਇਹ ਗੱਲ ਪੁਆਇੰਟ ਆਊਟ ਕੀਤੀ ਸੀ ਕਿ ਵੀ ਜਿਹੜੇ ਪੀਡੀਐਸ ਹੋਵੇ, ਦੂਜੇ ਬੈਨੀਫਿਟ ਹੈ ਮਨਰੇਗਾ, ਹੋਰ ਇਹ ਜਨਰਲ ਲੋਕਾਂ ਤੱਕ ਨਹੀਂ ਜਾ ਰਹੇ। ਇਹ
ਰੋਂਗ ਰਿਚ ਲੋਕ ਵੀ ਇਹਦੇ ਬੈਨੀਫਿਟ ਲੈ ਰਹੇ ਅੱਜ ਤੁਸੀਂ ਉਸੇ ਗੱਲ ਵਿੱਚ ਕਹੀ ਹੈ ਤੁਸੀਂ ਇਸ ਮਾਡਲ ਨੂੰ ਇੰਪਲੀਮੈਂਟ ਕਿਵੇਂ ਕਰੋਗੇ ਔਰ ਰਿਚ ਲੋਕਾਂ ਤੋਂ ਡਾਇਵਰਟ ਕਿੱਦਾਂ ਕਰੋਗੇ ਜਿਨ੍ਹਾਂ ਨੂੰ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਦੇਖੋ ਭਾਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਮੈਂ ਇਹ ਕਿਤੇ ਵੀ ਨਹੀਂ ਕਿਹਾ ਜੀ ਕਿ ਇਹ ਉਹਨਾਂ ਕੋਲ ਜਾ ਰਹੇ ਆ ਇਹਨਾਂ ਕੋਲ ਜਾ ਰਹੇ ਆ ਬਿਲਕੁਲ ਨਹੀਂ ਮੈਂ ਇੰਨੀ ਗੱਲ ਕਹੀ ਹੈ ਕਿ ਮੈਰਿਟ ਸ਼ੁੱਡ ਬੀ ਆਨਰਡ ਤੇ ਅਗਰ ਕੋਈ ਮਜ਼ਦੂਰ ਹੈ ਤੇ ਉਹਨੂੰ BPL ਮਿਲਣਾ ਚਾਹੀਦਾ ਇਹਦੇ 'ਚ ਕੋਈ ਗਲਤ ਨਹੀਂ ਹੈ ਕੋਈ ਉਹ ਨਹੀਂ ਹੈ ਕਿਹਦੇ ਕੋਲ ਹੈ ਕਿਹਦੇ ਕੋਲ ਨਹੀਂ ਆਪਾਂ ਉਹਦੇ 'ਚ ਨਾ ਜਾਈਏ ਆਪਾਂ ਇਹ ਕਹੀਏ ਕਿ ਜਿਹੜਾ ਬੰਦਾ ਜੈਨੂਇਨ ਗਰੀਬ ਹੈ ਉਹਦੇ ਕੋਲ ਇਹ ਸਹੂਲੀਅਤ ਹੋਵੇ ਔਰ ਪੰਜਾਬ ਮਾਡਲ ਇਹ ਕਹਿੰਦਾ ਕਿ ਉਹਦੇ ਕੋਲ ਇਹ ਸਹੂਲੀਅਤ ਹੋਏਗੀ ਇੰਪਲੀਮੈਂਟਡ ਟੂ ਦੀ ਕੋਰ ਉਹ ਹੋਣੀ ਕਿਵੇਂ ਹੈ ਉਹਦਾ ਸਾਧਨ ਕੀ ਹੈ ਮੈਂ ਰਾਜਵੀ ਹੁਣ ਤੁਹਾਡਾ ਆਨਸਰ ਦੇ ਰਿਹਾ ਉਹਦਾ ਸਾਧਨ ਰਜਿਸਟ੍ਰੇਸ਼ਨ ਹੈ ਉਹ ਭਾਈ ਜਦੋਂ ਤੁਸੀਂ ਰਜਿਸਟ੍ਰੇਸ਼ਨ ਹੀ ਨਹੀਂ ਕਰੋਗੇ ਤੁਸੀਂ ਮੁਨਾਫਾ ਕਿਵੇਂ ਬਚਾਓਗੇ ਦੋ ਕਿਸੇ ਕੋਲ ਭੇਜੋਗੇ ਕਿਦਾਂ ਸਪੋਜ਼ ਕਰ ਪੰਜਾਬ ਸਰਕਾਰ ਨੇ ਸਬਸਿਡੀ ਦੇਣੀ ਹੈ ਮਜ਼ਦੂਰ ਨੂੰ ਕੋਈ ਅਨਾਉਂਸਮੈਂਟ ਹੋਈ ਹੈ 50,000 5,000 3,000 2,000 ਜੇ ਜਦ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੀ ਤੁਸੀਂ ਕਿੱਦਾਂ ਬਚਾਓਗੇ ਸੇਮ ਗੋਸ ਫॉर BPL ਲਾਇਆ ਕਰ ਸਰਵੇ ਕਦ ਹੋਇਆ ਸੀ ਪਲੀਜ਼ ਸੀ ਦੀ ਰਿਕਾਰਡ ਬੁੱਕਸ of this nation and this great state when did the last survey occur ਕਿ ਜਦੋਂ ਤੁਹਾਨੂੰ ਇਹ ਪਤਾ ਲੱਗੇ ਵੀ ਗਰੀਬ ਕੌਣ ਹੈ ਫਿਰ ਤੁਸੀਂ ਫਲਾਣੇ ਗਰੀਬ ਨੂੰ ਆਪ ਪੈਸੇ ਦੇਤੇ ਉਹ ਗਰੀਬ ਗਰੀਬੀ ਰੇਖਾ ਤੋਂ ਉੱਤੇ ਆਇਆ ਤੇ ਤੁਸੀਂ ਉਹਨੂੰ ਕੱਢਤਾ ਤੇ ਨਵਾਂ ਲਿਆਂਦਾ ਇਹਦਾ ਕੋਈ ਰਿਕਾਰਡ ਹੋਵੇ ਸਮਝੋ ਨਾ so there is nothing of that sort we will make a beginning and we will do a concerted effort a proper planned ਨੀਤੀਬੱਧ policy based budgetary allocation ਇਹਦੇ ਚ ਤੁਹਾਨੂੰ ਕੋਈ ਲੋੜ ਹੀ ਨਹੀਂ ਹੈ ਕਿਉਂਕਿ budgetary allocation ਬਾਹਰੋਂ ਆਣੀ ਹੈ ਤੁਹਾਨੂੰ ਕੋਈ you just have to implement it take it to the grassroots level and honor the merit ਤੁਸੀਂ ਸੱਤਾ ਚ ਹੋ ਤਾਂ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰਵਾਉਂਦੇ ਹਜ਼ੂਰੇ ਵਾਲਾ ਸੱਤਾ 'ਚ ਤਾਂ ਕੈਪਟਨ ਅਮਰਿੰਦਰ ਸਿੰਘ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸੈਂਟਰਲਾਈਜ਼ਡ ਪਾਵਰ ਜਿਹੜੀ ਹੁੰਦੀ ਹੈ ਉਹਨੂੰ ਕਠਪੁਤਲੀਆਂ ਵਾਂਗ ਕੋਈ ਹੋਰ ਹੀ ਨਚਾਉਂਦਾ ਰਹਿੰਦਾ ਤੇ ਕੋਈ ਹੋਰ ਹੀ ਵਰਤਦਾ ਰਹਿੰਦਾ ਜਿਹਨਾਂ ਲਈ ਵਰਤੀ ਜਾਣੀ ਚਾਹੀਦੀ ਹੈ ਉਹਨਾਂ ਲਈ ਤਾਂ ਵਰਤੀ ਨਹੀਂ ਜਾਂਦੀ ਆਪਣੀ ਜਾਨ ਬਚਾਉਣ ਨੂੰ ਵਰਤੀ ਜਾਂਦੀ ਕਈ ਬੰਦੇ ਕਠਪੁਤਲੀਆਂ ਬਣ ਕੇ ਆਪਣੀ ਜਾਨ ਬਚਾਉਣ ਨੂੰ ਹੀ ਵਰਤਦੇ ਨੇ ਕਿਹੜਾ ਮੁੱਦਾ ਸੋਲਵ ਕੀਤਾ ਮੈਂ ਬਾਰ-ਬਾਰ ਮੁੱਦਿਆਂ ਦੀ ਰਾਜਨੀਤੀ ਕਰਦਾ ਮੈਂ ਬਾਰ-ਬਾਰ ਜਦੋਂ ਲੋਕ ਭਟਕਾਉਂਦੇ ਨੇ ਭਰਮਾਉਂਦੇ ਨੇ ਮੈਂ ਬਾਰ-ਬਾਰ ਘੜੀਸ ਕੇ ਮੁੱਦਿਆਂ ਤੇ ਲਿਆਉਣਾ ਮੈਂ ਮੁੱਦਿਆਂ ਦੇ ਲਈ ਲੜਦਾ ਰਿਹਾ ਮੈਂ ਮੁੱਦਿਆਂ ਦੇ ਲਈ ਉਹਦੇ ਛੱਡੇ ਆ ਤੇ ਮੈਂ ਮੁੱਦਿਆਂ ਦੇ ਲਈ ਉਹ ਇਹ ਗੱਲ ਕੀਤੀ ਹੈ ਕਿ ਜੇ ਮੈਂ ਭਲਾ ਨਹੀਂ ਕਰ ਸਕਦਾ ਤੇ ਫਿਰ ਉਹਦਾ ਕਿਸ ਕੰਮ ਦਾ ਤੇ ਤੁਸੀਂ ਜੇ ਕਿਸੇ ਨੂੰ ਜ਼ਲੀਲ ਕਰਨ ਦੇ ਲਈ ਕੰਮ ਨਾ ਕਰਨ ਦੇ ਲਈ ਉਹਨੂੰ ਲਾਉਣਾ ਹੈ ਤੇ ਉਹ ਆਪ ਛੱਡੂ ਤੂੰ ਕੌਣ ਹੁੰਦਾ ਲਾਉਣਾ ਸਿੱਧੂ ਸਾਹਿਬ ਸਮੇਂ ਦੇ ਜਿਹੜੇ ਹੁਕਮਰਾਨ ਨੇ ਸਮੇਂ ਦੀਆਂ ਸਰਕਾਰਾਂ ਹਰ ਵਾਰ ਵੋਟਾਂ ਤੋਂ ਪਹਿਲਾਂ ਜਿਹੜੇ ਗਰੀਬ ਲੋਕ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਢੇਰ ਸਾਰੀਆਂ ਸਹੂਲਤਾਂ ਦੇਣ ਦਾ ਦਾਅਵੇ ਕਰਦੀਆਂ ਤੇ ਵਾਅਦੇ ਵੀ ਕਰਦੀਆਂ ਜਿਵੇਂ ਕਿ ਹੁਣ ਤੁਸੀਂ ਕਰ ਰਿਹਾ ਪਰ ਸਹੀ ਮਿਹਨਤ ਦੇ ਵਿੱਚ ਇਹਨਾਂ ਲੋਕਾਂ ਕੋਲ ਉਹ ਜਿਹੜੀਆਂ ਸਹੂਲਤਾਂ ਦਾ ਫਾਇਦਾ ਹੈ ਉਹ ਮਿਲ ਨਹੀਂ ਰਿਹਾ ਜਿਵੇਂ ਕਿ ਤੁਸੀਂ ਅੱਜ ਮਜ਼ਦੂਰਾਂ ਦੀ ਗੱਲ ਕੀਤੀ ਆ ਪਰ ਥੋੜੀ ਦੇਰ ਪਹਿਲਾਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਹਟਿਆ ਦੀਵਾਲੀ ਨੂੰ ਕਿ ਮੈਂ ਤਾਂ 3100 ਰੁਪਏ ਇਹਨਾਂ ਦੇ ਖਾਤੇ 'ਚ ਪਾ ਕੇ ਕਰੋੜਾਂ ਰੁਪਇਆ ਦੇਤਾ ਜੀ ਤੇ ਫਿਰ ਮੈਂ ਤੁਹਾਨੂੰ ਇਹ ਪੁੱਛ ਰਿਹਾ ਮੇਰਾ ਸਵਾਲ ਪੂਰਾ ਮੈਂ ਤਾਂ ਤੁਹਾਨੂੰ ਇਹੀ ਪੁੱਛ ਰਿਹਾ ਜਿਹੜੀ ਸਹੀ ਬੰਦੇ ਦੇ ਕੋਲ ਜਿਹੜਾ ਫੰਡ ਜਾਣਾ ਹੈ ਜਾਂ ਜਿਹੜੀ ਸੁਵਿਧਾ ਜਾਣੀ ਆ ਉਹ ਕਿਉਂ ਨਹੀਂ ਜਾ ਰਹੀ ਹੋਰ ਲੋਕਾਂ ਕੋਲ ਜਾਈ ਜਾ ਰਹੀ ਆ ਇਹਦਾ ਜ਼ਿੰਮੇਵਾਰ ਕੌਣ ਨੇ ਫਿਰ ਮਹਾਰਾਜ ਮੈਂ ਤੁਹਾਨੂੰ ਹੁਣੇ ਕਿਹਾ ਕਿ ਜੇ 1% ਬੰਦਾ ਰਜਿਸਟਰਡ ਤੇ ਪਹੁੰਚੂ ਮੈਂ ਕਹਿ ਦੇਣਾ ਜੀ ਮੈਂ 50,000 ਭੇਜੂ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਕਹਿ ਦੇਣਾ ਜੀ ਮੈਂ 2 ਕਰੋੜ ਭੇਜੂ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਇਹ ਵੀ ਦੱਸ ਰਿਹਾ ਵੀ ਮੈਂ ਪੰਜੀ ਨਹੀਂ ਲੈਣੀ ਸੁਣੋ ਤਾਂ ਸਹੀ ਨਾ ਮੈਂ ਕੀ ਕਹਿ ਰਿਹਾ ਜੇ ਨਹੀਂ ਸੁਣਨਾ ਚਾਹ ਤੁਹਾਡੀ ਮੈਂ ਤਾਂ ਕਹਿ ਰਿਹਾ ਮੈਂ ਪੰਜੀ ਨਹੀਂ ਲੈਣੀ ਪਰ ਮੈਂ ਦਊਂ ਕਿਉਂ ਕਹਿ ਰਿਹਾ ਕਿਉਂਕਿ ਉਹਦਾ ਇੱਕ ਪ੍ਰੋਸੈਸ ਹੈ ਕਿਉਂਕਿ ਉਹਦਾ ਇੱਕ ਸਿੰਪਲ ਜੀ ਉਹ ਹੈ ਕਿ ਤੁਸੀਂ ਰਜਿਸਟਰ ਕਰੋ ਤੁਸੀਂ ਵੋਟਾਂ ਬਣਾ ਲੈਂਦੇ ਹੋ ਨਾ ਸਾਰੀਆਂ ਕਿਉਂ ਬਣ ਜਾਂਦੀਆਂ ਭਾਈ ਤੁਸੀਂ ਜਾਣਦੇ ਹੋ ਤੁਸੀਂ ਪਰਚੀ ਕਟਾਉਂਦੇ ਹੋ ਕਿ ਉਹਦਾ ਨਾਂ ਲਿਖਦੇ ਹੋ ਕਿੰਨਾ ਵੱਡਾ ਪ੍ਰੋਸੈਸ ਹੈ ਫਿਰ ਤੁਸੀਂ ਉਹਨੂੰ ਨੋਟ ਕਰਾਉਂਦੇ ਹੋ ਤੇ ਇਹਨਾਂ ਲਈ ਕਿਉਂ ਨਹੀਂ ਮੈਂ ਤਾਂ ਫੜ ਕੇ ਪੋਤੜੇ ਖੋਲੇ ਮੈਂ ਤਾਂ ਟਕਾ ਕੇ ਅੱਜ ਨਹੀਂ ਖੋਲੇ ਪਹਿਲੀ ਕੈਬਨਿਟ ਤੋਂ ਖੋਲੇ ਇਹ ਨਾ ਕਹੋ ਵੀ ਮੈਂ ਨਹੀਂ ਗਿਆ ਮੈਂ ਉਦੋਂ ਦਾ ਕਹੀ ਜਾਂਦਾ ਮੈਂ ਉਦੋਂ ਦਾ ਲੜਾਈ ਲੜਦਾ ਤੇ ਮੈਂ ਇਸੇ ਲੜਾਈ ਕਰਕੇ ਛੱਡਿਆ ਆਪਣੇ ਲਈ ਕੀ ਮੰਗਿਆ ਕੁਝ ਨਹੀਂ ਇਹ ਨਹੀਂ ਹੈ ਵੀ ਕਿਸੇ ਨਾਲ ਲੜਿਆ ਮੈਂ ਸਭ ਨਾਲ ਲੜਿਆ ਚਾਹੇ ਕੋਈ ਸੱਤਾ ਸੀ ਕੋਈ ਸੱਤਾ ਤੋਂ ਬਾਹਰ ਹੈ ਮੈਂ ਸਭ ਨੂੰ ਸਵਾਲ ਕੀਤੇ ਆ ਔਰ ਬੇਖੌਫ ਹੋ ਕੇ ਕੀਤੇ ਕਿਉਂਕਿ ਮੇਰੇ ਕੋਲ ਖੂਨ ਨੂੰ ਕੋਈ ਖਤਰਾ ਹੈ ਹੀ ਨਹੀਂ
ਖਤਰਾ ਹੀ ਕੋਈ ਨਹੀਂ ਮੇਰੇ ਕੋਲ ਖੂਨ ਦਾ। ਲੇਕਿਨ ਅਗਰ ਅਸੀਂ ਕਿਸੇ ਏਜੰਡੇ ਦੇ ਉੱਤੇ ਆਨੇ ਆ ਤੇ ਇੱਕ ਬੰਦਾ ਉਹ ਏਜੰਡਾ ਪੂਰਾ ਨਹੀਂ ਕਰਦਾ ਔਰ ਦਰਕਨਾਰ ਕਰਦਾ, ਉਹ ਐਤਕੀ ਹੋਣਾ ਨਹੀਂ। ਜੇ ਤੇ ਇਹਦੀ ਕੋਈ ਗਾਰੰਟੀ ਹੋਏਗੀ, ਇਹਦਾ ਕੋਈ ਮੈਕੈਨਿਜ਼ਮ ਹੋਏਗਾ, ਇਹਦਾ ਕੋਈ ਮਾਡਲ ਹੋਏਗਾ ਔਰ 5000 ਵਾਅਦਾ ਨਹੀਂ ਹੋਏਗਾ, 10 ਚੀਜ਼ਾਂ ਹੋਣਗੀਆਂ, ਤੇ ਫਿਰ ਤੇ ਹੈ ਗੱਲ। ਇਹ ਉਸੇ ਦੇ ਅਮੈਂਡਸ ਨੇ, the hands that gave you the wounds must give you the cure. This is the cure. सिद्धू साहब आप लोगों की बात करते हो, आज ये मिशन भी लेके आए हो। माइनिंग की बात करें तो माइनिंग अभी सीएम के एरिया में भी चल रही है, तो वहाँ जब कॉस आए भी तो लोगों के लिए ਮੈਨੂੰ ਆਉਂਦਾ सर वो भी तो लोगों की बात है। आपने अनाउंस किया, आप कंसर्न शो करते रहे माइनिंग के लिए, लेकिन सीएम के एरिया में माइनिंग चल रही है। ਅੱਜ का मुद्दा नहीं है। ਸਿੱਧੂ ਸਾਹਿਬ ਤੁਹਾਡੇ ਪੰਜਾਬ ਮਾਡਲ ਨੇ ਸਿੱਧੂ ਸਾਹਿਬ ਇਹ ਵਾਲਾ ਮੁੱਦਾ ਕਾਂਗਰਸ ਮੈਨੀਫੈਸਟੋ ਦੇ ਅਹਿਮ ਉੱਪਰ ਪੇਸ਼ ਹੋ ਰਿਹਾ। ਕਿਹੜਾ ਸਰ? ਸਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਹਰੀਸ਼ ਜੀ ਨੇ ਵੀ ਪੰਜਾਬ ਮਾਡਲ ਦੀ ਗੱਲ ਕੀਤੀ ਹੈ ਨਾ। ਇਹ ਕੋਈ ਨਵਜੋਤ ਸਿੰਘ ਸਿੱਧੂ ਕੱਲਾ ਨਹੀਂ ਲਏਗਾ, ਇਹ ਰਾਹੁਲ ਜੀ ਤੋਂ ਜੇ ਅਪਰੂਵ ਹੋਏਗਾ ਤਾਂ ਹੀ ਹੋਏਗਾ, ਇਹ ਮੈਨੀਫੈਸਟੋ ਕਮੇਟੀ ਤੋਂ ਜੇ ਅਪਰੂਵ ਹੋਏਗਾ ਤਾਂ ਹੀ ਹੋਏਗਾ, ਇਹ ਜੇ ਕਾਂਗਰਸ ਅਪਰੂਵ ਕਰੇਗੀ ਤਾਂ ਹੀ ਹੋਏਗੀ। ਮੈਂ ਕਾਂਗਰਸ ਦਾ ਪ੍ਰਧਾਨ ਆ, ਪਾਰਟੀ ਆ ਸਰ। ਜੇ ਉਹ ਨਹੀਂ ਅਪਰੂਵ ਕਰਨਗੇ ਇਹਦਾ ਇੱਕ ਕੋਰਸ ਆਫ ਐਕਸ਼ਨ ਹੋਏਗਾ ਸਰ। ਮੈਂ ਦੇਖੋ ਜੀ, ਇਹ ਤੁਹਾਨੂੰ ਤੁਹਾਡੇ ਥਰੂ ਦੱਸਣਾ ਹੈ। ਅਸੀਂ ਕਿਉਂ ਇਹਨੂੰ ਇੱਕ ਮਿੰਟ ਰੁਕੇਗਾ ਯਾਰ, ਮੈਨੂੰ ਜਵਾਬ ਦੇਣ ਦੇਣਾ ਯਾਰ। ਹੁਣ ਤੂੰ ਇਹ ਗਲਤ ਕਰ, ਮੈਂ ਤੁਹਾਨੂੰ ਕਹਿ ਰਿਹਾ ਜਦੋਂ ਮੈਂ ਪਾਰਟੀ ਦਾ ਪ੍ਰਧਾਨ ਕੁਝ ਕਹਿ ਰਿਹਾ ਹੈ ਉਹਦਾ ਮਹੱਤਵ ਨਹੀਂ, ਅਹਿਮੀਅਤ नहीं। ऑलराइट, नेक्स्ट क्वेश्चन। एक मिनट सर। सर, केंद्र सरकार 4 लेबर कोड लेके आ रही है और उसमें जो सबसे ज्यादा इम्पैक्ट पड़ेगा वो पड़ेगा सीजनल लेबर पे, जो अब तक मीडिया में सामने आ रहा है। और किसान आंदोलन के चलते लेबर कोड लागू नहीं हो पाए थे और अब शायद जनवरी या फरवरी तक वो लागू हो जाएगी। तो क्या आपके पंजाब मॉडल में जो ये 4 लेबर कोड आएंगे जिसके ऊपर सीजनल लेबर का सबसे ज्यादा नुकसान होगा वो शामिल होंगे? और दूसरा क्वेश्चन ये है कि सर आपने बीपीएल के बारे में पूछा, पूरे देश में सेंट्रल गवर्नमेंट ने शायद 2011 में सर्वे किया था, करीब 7% जो लोग हैं वो बीपीएल माने थे और उसके हिसाब से हर स्टेट की एक पर्टिकुलर जो है परसेंटेज डिवाइड की हुई है। अगर उससे ज़्यादा आप मजदूर पंजाब में रजिस्टर्ड होते हैं तो क्या वो भी बीपीएल माने जाएंगे? भाई एक सिंपल सा मैंने आंसर दिया था पहले, आपने सुना नहीं कि एनीबडी who's a laborer has to be in the 67%. That is your answer. जो बंदा दिहाड़ी कर रहा है वो पीडीएस का हिस्सा होना ही चाहिए। ਪੰਜਾਬ ਮਾਡਲ ਜੀ ਦੇ ਗੱਲ ਕਰ ਜੀ। ਉਹ ਕੰਮ ਕਰਨਾ ਹੀ ਕੋਈ ਨਹੀਂ ਕਰ ਸਕਦੀ। ਵਾਰਡਨ ਜੀ ਸੀਟ ਵੀ ਦੱਸੀ ਹੈ, ਮੈਂ ਸਟਾਰਟ ਮਤ I have already given these things in a docket form, but I will release them when the time comes. It is not for you to decide when I release it. What I am doing is glimpses of the Punjab model. This is not the complete Punjab model. This is the glimpse. ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਭਾਈ ਅਸੀਂ MSP ਦੇਾਂਗੇ ਦਾਲਾਂ ਤੇ, ਅੱਗੇ ਕਿਸੇ ਨੇ ਕੀਤਾ ਹੈ, ਅੱਗੇ ਕਿਸੇ ਨੇ ਸੋਚਿਆ ਹੈ। ਜਦੋਂ ਤੁਸੀਂ ਬਾਹਰੋਂ ਇੰਪੋਰਟ ਕਰ ਰਹੇ ਹੋ ਤੇ ਪੈਸੇ ਖਰਚ ਰਹੇ ਹੋ ਨਾ, ਤੇ ਜਦੋਂ ਤੁਸੀਂ ਬਾਹਰੋਂ ਇੰਪੋਰਟ ਕਰ ਰਹੇ ਹੋ ਤੇ ਉਦੋਂ ਪੈਸੇ ਖਰਚ ਰਹੇ ਹੋ ਤੇ ਉਹ ਪੈਸੇ ਸਾਈਡ ਤੇ ਰੱਖ ਲਓ ਤੇ ਇੱਕ ਜ਼ੋਨ ਤੇ ਦਾਲਾਂ ਉਗਾ ਲਓ। ਤੁਹਾਡਾ ਪਾਣੀ ਵੀ ਬਚਿਆ, ਤੁਹਾਡਾ ਸਾਰਾ ਕੁਝ ਬਚਿਆ ਤੇ ਤੁਸੀਂ ਪੈਸੇ ਦੇਤੇ ਤੇ ਪ੍ਰੋਕਿਉਰਮੈਂਟ ਦੇ ਲਈ 500। ਤੇ ਜਿਸ ਤਰ੍ਹਾਂ ਹਰਿਆਣਾ ਕਰਦਾ ਹੈ, ਕੋਈ ਇਹ ਤਾਂ ਨਹੀਂ ਹੈ ਵੀ ਰਾਕਟ ਸਾਈਜ਼ ਨਹੀਂ ਹੁੰਦੀ, ਜਿਸ ਤਰ੍ਹਾਂ ਉਹ ਉਹਦੀ ਪ੍ਰੋਸੈਸਿੰਗ ਕਰਦਾ ਹੈ। ਪ੍ਰੋਸੈਸਿੰਗ ਬਿਰਲੇ ਟਾਟੇ ਕਿਉਂ ਕਰਦੇ ਆ? ਇਹ ਜਿਹੜੇ ਮਿਨਿਸਟਰ ਸਾਡੇ ਬਣੇ ਆ ਇਹ ਬਿਰਲੇ ਟਾਟਿਆਂ ਦੇ ਹੀ ਉਦਘਾਟਨ ਕਿਉਂ ਕਰਦੇ ਆ? ਇਹ ਸਰਕਾਰ ਦੀ ਪ੍ਰੋਸੈਸਿੰਗ ਕਿਉਂ ਨਹੀਂ? ਮੈਂ ਕੀ ਕਿਹਾ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਸਰਕਾਰ ਦੀ ਹੈ। ਇਸ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਆਪਣਾ ਅਨਾਜ ਸਟੋਰ ਕਰ ਸਕਦਾ ਕਿਸਾਨ ਔਰ ਉਹ ਸਟੋਰ ਕਰਕੇ ਉਸੇ ਵੇਲੇ 80% ਉਹਦੀ ਕੀਮਤ ਐਜ਼ ਲੋਨ ਲੈ ਸਕਦਾ ਤੇ ਜੇ ਬਾਅਦ ਦੇ ਵਿੱਚ 6 ਮਹੀਨਿਆਂ ਦੇ ਬਾਅਦ ਉਹ ਵੇਚਣਾ ਚਾਹੇ ਤੇ ਉਹਨੂੰ ਵੇਚ ਕੇ ਉਸੇ ਵਕਤ ਉਹ ਆਪਦਾ ਲੋਨ ਚੁਕਾ ਸਕਦਾ। That is interest free. Number one. Why do I say that? Why do I say that? Because most farmers have perishable commodities. ਉਹਨਾਂ ਨੂੰ ਬਾਰਿਸ਼ ਵੀ ਖਾ ਜਾਂਦੀ ਹੈ, ਉਹਨਾਂ ਨੂੰ ਹਵਾ ਵੀ ਖਾ ਜਾਂਦੀ ਹੈ। ਟਮਾਟਰ ਹੈ 3 ਰੁਪਏ ਦਾ ਮਿਸਰਾ, ਤੇ ਜੇ ਕਿਸਾਨ ਨੇ ਉਹ ਅਡਾਨੀ ਦੇ ਸਟੋਰੇਜ ਤੋਂ ਖਰੀਦਣਾ ਹੋਵੇ 4 ਮਹੀਨਿਆਂ ਬਾਅਦ ਤੇ 60 ਦਾ, ਉਹ ਜਦੋਂ ਰੇਹੜੀ ਲੈ ਕੇ ਜਾਂਦਾ ਆਪਦੀ ਪੂਰੀ ਟਰਾਲੀ ਲੈ ਕੇ ਜਾਂਦਾ ਹੈ ਤੇ ਉਹ ਕਹਿੰਦਾ ਯਾਰ 5 ਲੈ ਲਓ, 5 ਰੁਪਏ ਕਿਲੋ। ਹਾਂਜੀ,
ਤੇ 5 ਰੁਪਏ ਕਿਲੋ ਤਾਂ ਕੋਈ ਲੈਂਦਾ ਨਹੀਂ, ਅਗਲੇ ਨੂੰ ਦਿਖਦਾ ਵੀ ਗਲ ਜੂ, ਅਗਲੇ ਦਾ 3 ਉਹ ਦੇ ਜਾਂਦਾ, ਸ਼ਾਮ ਨੂੰ 25 ਦਾ ਵੇਚਦਾ। ਇਹਨੇ ਸੋਚਿਆ 1.5 ਸਾਲ ਹੋ ਗਏ ਚੀਕਾਂ ਮਾਰਦੇ ਨਵਜੋਤ ਸਿੰਘ ਸਿੱਧੂ ਨੂੰ, ਸੋਚਿਆ ਕਿ ਇਹਨੇ ਕਿਹਾ, ਤੇ ਉਦੋਂ ਬਾਅਦ ਜੇ ਉਹ ਸਟੋਰੇਜ 'ਚ ਚਲਾ ਜਾਂਦਾ ਭਾਵੇਂ ਸੇਬ ਹੋਵੇ, ਤੇ 6 ਮਹੀਨੇ ਬਾਅਦ ਕਿਸਾਨ ਨੇ ਘਰੇ ਸਬਜ਼ੀ ਬਣਾਉਣੀ ਹੈ ਤੇ ਉਹ 60 ਦਾ ਲੈਂਦਾ। ਤੇ ਦੁਨੀਆ ਦੇ ਵਿੱਚ ਕੋਈ ਐਸਾ ਬੰਦਾ ਹੈ ਜਿਹੜਾ ਆਪਦੀ ਚੀਜ਼ ਦੀ ਕੀਮਤ ਦੂਜੇ ਤੋਂ ਤੈਅ ਕਰਾਵੇ? ਤੇ ਸਰਕਾਰ ਕਿਉਂ ਨਹੀਂ ਬਣਾਉਂਦੀ ਕੋਲਡ ਸਟੋਰੇਜ, ਕਿਉਂ ਨਹੀਂ ਦਿੰਦੀ ਸਟੋਰੇਜ ਕਿਸਾਨ ਨੂੰ? ਤੇ ਉਹ ਦੇ ਦੇ 80% ਉਹਨੂੰ ਉਦੋਂ ਦੇ ਦੇ, ਕਿਸੇ ਨੇ ਅੱਜ ਤੱਕ ਬੋਲਿਆ 70 ਸਾਲਾਂ 'ਚ ਇਹ? ਹਾਂਜੀ, ਅਗਲਾ ਸਵਾਲ। ਹਾਂਜੀ ਬੋਲੋ। पिछले महीने से सेंट्रल गवर्नमेंट ने लेबर कार्ड बनाना चालू कर दिया हर एक का। जी, आपकी स्कीम जो है उससे भिन्न है या वही सेम ही है? किनकी जी? सेंट्रल गवर्नमेंट ने भी लेबर कार्ड बनाने चालू किए। मैं कह रहा यार हमारी स्कीम वो नहीं है, हमारी तो अर्बन गारंटी है गुरु, किसी ने दी है आज तक? ठीक है यार, इट्स अ डिफरेंट थिंग ऑल टुगेदर, इट इज अ गवर्नमेंट, इट इज अ स्टेट गवर्नमेंट थिंग। वाई वुड बी ये पंजाब सरकार का उन्होंने नाल की ताल्लुक है भाई, उन्होंने दी अर्बन गारंटी। ਸਿੱਧੂ ਸਾਹਿਬ ਤੁਹਾਨੂੰ ਅੱਜ ਲੇਬਰ ਨੇ ਕੰਪਲੇਂਟ ਕੀਤੀ ਹੈ ਕਿ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਪੈਸਾ ਮੰਗਿਆ ਜਾ ਰਿਹਾ ਹੈ, ਤਾਂ ਇਹ ਜਿਹੇ ਅਫਸਰਾਂ ਨੂੰ ਟੰਗਿਆ ਕਿਉਂ ਨਹੀਂ ਜਾਂਦਾ ਜਿਹੜੇ ਗਰੀਬ ਬੰਦੇ ਤੋਂ ਵੀ ਪੈਸਾ ਮੰਗ ਰਹੇ ਹੈ? है जी, ਜਿਹੜਾ ਅਫਸਰ ਗਰੀਬ ਬੰਦੇ ਤੋਂ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਪੈਸਾ ਮੰਗ ਰਿਹਾ ਹੈ, ਤਾਂ ਇਹ ਜਿਹੇ ਅਫਸਰ ਨੂੰ ਟੰਗਿਆ ਕਿਉਂ ਨਹੀਂ ਜਾ ਰਿਹਾ ਜੀ? ਕਿਹੜੇ ਅਫਸਰ ਨੂੰ ਜਿਵੇਂ ਤੁਹਾਨੂੰ ਸ਼ਿਕਾਇਤ ਕੀਤੀ ਸਾਨੂੰ ਹੈ ਅੱਜ ਕੰਪਲੇਂਟ ਕੀਤੀ ਸੀ ਨਾ। ਕਿਹਨੇ ਕੰਪਲੇਂਟ? ਮਦਨਪੁਰਾ ਚੌਕ। ਦੇਖੋ ਮੇਰੀ ਇੱਕ ਗੱਲ ਸੁਣੋ, ਅਗਲਾ ਕਹਿ ਰਿਹਾ ਜੀ ਹਮਸੇ, ਹੁਣ ਮੈਂ ਉੱਥੇ ਉਸ ਗੱਲ ਦੇ ਵਿੱਚ ਪੈ ਜਾ, ਕਿਉਂਕਿ ਹਰੇਕ ਹੀ ਉਹ ਕਹਿ ਰਿਹਾ। ਫਿਰ ਮੈਂ ਅੱਜ ਸਵੇਰੇ ਦਾ ਅਫਸਰਾਂ ਦੇ ਉੱਥੇ ਜਾਣ ਲੱਗ ਜਾਂਦਾ, ਮੈਂ ਤੇ ਅਫਸਰਾਂ ਦੀ ਲਿਸਟ ਬਣਾ ਕੇ ਦਿੱਤੀ ਸੀ, ਕੀ ਕੀਤਾ? ਮੈਂ ਤੇ ਫਲਾਣੇ ਟੰਗੇ ਸੀ, ਮੈਂ ਤੇ 8-8 ਸਸਪੈਂਡ ਕੀਤੇ ਸੀ, ਕੀ ਹੋਇਆ? ਮੈਂ ਤੇ ਆਈਐਸ ਅਫਸਰਾਂ ਦੀ ਵੀ ਲਿਸਟ ਦਿੱਤੀ ਸੀ, ਕੀ ਕੀਤਾ? ਫਿਰ ਮਹਾਰਾਜ ਤੁਸੀਂ ਮੇਰੀ ਗੱਲ ਨੂੰ ਸੁਣ, ਤੁਸੀਂ ਗਵਾਹ ਹੋ, ਤੁਸੀਂ ਸਾਖੀ ਹੋ, ਤੁਹਾਨੂੰ ਪਤਾ ਹੈ ਕਿ ਮੈਂ ਪਹਿਲਾ ਬੰਦਾ ਸੀ ਜਿਹਨੇ ਆਪਦੇ ਉਸ ਦੇ ਵਿੱਚ ਹੀ ਠੋਕ ਕੇ ਦਿੱਤਾ ਇਹ। ਮੇਰੀ ਇੱਕ ਗੱਲ ਸੁਣੋ, ਤੁਹਾਨੂੰ ਕੋਈ ਰਾਕਟ ਸਾਇੰਸ ਲੱਗਦੀ ਹੈ ਮੈਡਮ? ਤੁਸੀਂ ਪਿਛਲੇ 5 ਸਾਲ ਦੇ ਸਰਕਾਰ ਨੂੰ ਦੇਖਦੇ ਨਹੀਂ ਰਹੇ, ਸਿੱਧੂ ਨੂੰ ਦੇਖਦੇ ਨਹੀਂ ਰਹੇ, ਤੇ ਤੁਸੀਂ ਸਿੱਧੂ ਦੀਆਂ ਗੱਲਾਂ ਸੁਣਦੇ ਨਹੀਂ ਰਹੇ, ਤੁਸੀਂ ਸੈਂਡ ਮਾਈਨਿੰਗ ਦੇਖਦੇ ਨਹੀਂ ਰਹੇ, ਤੁਸੀਂ ਸ਼ਰਾਬ ਦੇ ਉੱਤੇ ਨੀਤੀ ਮੇਰੀ ਦੇਖਦੇ ਨਹੀਂ ਰਹੇ, ਕੀ ਨਹੀਂ ਦੇਖਿਆ ਮੈਡਮ? ਅਗਲਾ ਸਵਾਲ। ਹਾਂਜੀ, ਮੁੱਦੇ ਦੀ ਗੱਲ ਨਹੀਂ ਜਨਾਬ। ਅਗਲਾ गरीबों के लिए आप क्लेम कर रहे हो, उनकी लड़ाई मैं क्लेम नहीं कर रहा हूँ, मैं कह रहा हूँ भाई जी ये होना चाहिए, इसको इम्प्लीमेंट करने की ताकत सरकार देगी। एज पार्टी प्रेसिडेंट मैं कह रहा हूँ, पंजाब मॉडल की बात चल रही है, पंजाब मॉडल की ग्लिम्पसेस दे रहा हूँ। लेकिन इस चीज की गारंटी क्या है कि आगे भी अगर आपकी बात नहीं सुनी गई, आप फिर कहेंगे कि भी मैंने तो अधिकारियों की लिस्ट आगे मैं पहले ही कह चुका हूँ कि लोग तय करेंगे ना। फिर यार जब लोग तय करेंगे, बेगानी शादी में अब्दुल्ला दीवाना क्यों? ਸਿੱਧੂ ਸਾਹਿਬ ਇਸ ਮਸਲੇ ਦੇ ਵਿੱਚ ਬਾਹਰੀ ਰਾਜ ਦਾ ਇੱਕ ਨਵਾਂ ਸ਼ਗੂਫਾ ਖੜਾ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿ ਬਾਹਰੀ ਰਾਜਾਂ ਨੂੰ ਇਹ ਕਰ ਦਿੱਤਾ ਜਾਏਗਾ, ਉਹ ਕਰ ਦਿੱਤਾ ਜਾਏਗਾ। ਕਿਹੜੇ ਬਾਹਰੀ ਰਾਜ? ਅਦਰ ਸਟੇਟਸ ਤੋਂ ਨੌਕਰੀ ਦੇ ਵਿੱਚ ਹੈ, ਚਾਹੇ जो ਕਿਸੇ प्रवासी हैं जो बाहर से आते हैं सीजनल, ਉਹ ਪ੍ਰਵਾਸੀ ਨਹੀਂ, ਇੰਡੀਅਨ। ਆਲਰੇਡੀ ਸ਼ਗੂਫਾ ਮਾਰਕੀਟ ਦੇ ਵਿੱਚ ਦੇ ਚੁੱਕੀ ਹੈ। ਇੱਥੇ ਐਸਾ ਕੁਝ ਨਹੀਂ ਹੈ।